जेता समुंद सागर नीर उभरिया, तेते औगण हमारे। दया करो किश मेर उपावो, डुबदे पत्थर तारे। जेड़ा अगन बराबर तपै, भीतर बगै काती। प्रणबत नानक हुक्म पछाणै, सुख होवे दिन राती। प्रणबत नानक हुक्म पछाणै, सुख होवे दिन राती। परम सन्मानयोग गुरु जी की साजी नवाजी, गुरु का खास रूप गुरु खालसा साध संगत जी, वाहिगुरु जी का खालसा वाहिगुरु जी की फतेह। सो आप जी सारे जाने बहुत बड़े भागां वाले हो जो साहब श्री गुरु ग्रंथ साहब जी महाराज जी की निगी गोद का आनंद मानते हो। सतगुरां ने साडे उत्ते अपार अपार कृपा की, सत संगत विच आउण दा समा बख्शिश कीता है ते आप जी की पुस्तक करन दा समा बख्शिश कीता है। सो गुरमुख प्यारिओ, आपां इस संसार दे विच आए हां खेल खेलण वास्ते। महाराज समझाउंदे, ई जग सुपना बाजी बनी, खिन में खेल खिलाए। जेड़ा ये संसार है एक सुपनिया की न्याई है। जिस तरह आपां देखते हैं कि आपां पहला सी बचपन विच, बचपन तो बुढ़ेपा जवानी, बचपन तो जवानी, जवानी तो बाद बुढ़ेपा, बुढ़ेपे तो बाद मौत। हुण जो इस संसार दे विच आपां करन वास्ते आए हैं, जो इस संसार का घाटा वाधा नफा जो सानू अंतिम समय पैंदा है, उहदा जो लाहा है वो आपां हुण ही संसार दे विच चक सकते हैं। महाराज समझाउंदे, इस जग में लाहा एक नाम पाइए गुर विचार। हुण संसार दे विच लाहा की है? एक परमात्मा दे नाम दा। जिस तरह आप जी देखते हो, जानते हो कि इस संसार दे विचों साडे नाल कुछ भी नहीं जाना। इत्थे तकर कि जो साडा शरीर है वो भी इत्थे रह जाना। इस संसार दा जो भी आपां ये माया इकट्ठी करते हैं, मनुख की यही सोच होंदी है कि मेरा वध तो वध घर दे विच मेरी माया इकट्ठी हो जाए, मेरे बच्चे सुखी हो जाए। इहदे पिछे ही दौड़ लगी है। पर जो मूल है साडा, उस निरंकार नूं मिलण वास्ते उस तो मनुख वांझा रहिंदा जा रहा है। हुण जिन्ना चिर असीं अपने घर दा कर्म नहीं करते, उन्ना चिर आपां इस संसार दे विच सुखी नहीं हो सकते। जे असीं कहीए कि संसार दे विच वध तो वध माया कमा लईए, पैसे कमा लईए, पैसे कमा के परिवार नूं सुखी रख लईए, साडा परिवार सुखी हो जाए। जे परिवार साडा सिमरन नहीं करता, आपां सिमरन नहीं करते,
ਤੇ ਇਸ ਸੰਸਾਰ ਦੇ ਅੰਦਰ ਵਿਚਾਰਾਂ ਦਾ ਟਕਰਾਓ ਹੋ ਜਾਂਦਾ ਹੈ। ਪੇ ਦੀ ਪੁੱਤ ਨਾਲ ਨਹੀਂ ਬਣਦੀ, ਧੀਆਂ ਪੁੱਤਰਾਂ ਨਾਲ, ਮਾਪਿਆਂ ਨਾਲ ਬਣਦੀ ਨਹੀਂ, ਤੇ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਗੁਰੂ ਵਿੱਚ ਸਾਨੂੰ ਸਮਝਾ ਦਿੱਤਾ। ਮਹਾਰਾਜ ਸਮਝਾਉਂਦੇ ਕਹਿੰਦੇ, ਬਿਨ ਨਾਮੈ ਜਗ ਕੰਬਲਾ ਫਿਰੇ, ਗੁਰਮੁਖ ਨਦਰੀ ਆਇਆ। ਵੀ ਇਸ ਸੰਸਾਰ ਦੇ ਵਿੱਚ ਨਾਮ ਤੋਂ ਬਿਨਾਂ ਸਾਰੇ ਜੀਵ ਕੰਬਲਿਆਂ ਦੀ ਨਿਆਈ ਤੁਰੇ ਫਿਰਦੇ ਹਨ। ਹੁਣ ਜਿੰਨਾ ਚਿਰ ਅਸੀਂ ਦੇਖਦੇ ਹਾਂ ਕਿ ਸੰਸਾਰ ਦੀ ਯਾਤਰਾ ਆਪਾਂ ਕਰਦੇ ਹਾਂ, ਆਪਾਂ ਦੂਸਰੀ ਕੰਟਰੀ ਵਿੱਚ ਜਾਣਾ ਹੋਵੇ ਵੀਜ਼ਾ ਲੈਂਦੇ ਹਾਂ, ਪੈਸੇ ਕਰਕੇ ਆਪਾਂ ਕਿਤੇ ਵੀ ਜਾਣ ਦਾ ਯਤਨ ਕਰਦੇ ਹਾਂ। ਹੁਣ ਇਸੇ ਤਰ੍ਹਾਂ ਸਾਡੇ ਮਨ ਦੀ ਜੋ ਸੂਖਮ ਯਾਤਰਾ ਹੈ ਅੰਦਰੋਂ, ਜਿੰਨਾ ਚਿਰ ਅਸੀਂ ਉਹ ਯਾਤਰਾ ਕਰਦੇ ਨਹੀਂ, ਮਨ ਉਸ ਰਸਤੇ ਜਾਂਦਾ ਨਹੀਂ, ਉਹਨਾਂ ਚਿਰ ਮਨ ਜਿਹੜਾ ਹੈ ਸਾਡਾ ਸੁਖੀ ਨਹੀਂ ਹੋ ਸਕਦਾ। ਹੁਣ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ। ਮਹਾਰਾਜ ਸਮਝਾਉਂਦੇ, ਸਹਿਜ ਸਮਾਧ ਲੱਗੀ ਲਿਵ ਅੰਤਰ, ਸੋਈ ਰਸ ਸੋਈ ਜਾਣਾ ਜੀਓ। ਜਦੋਂ ਮਨ ਸਾਡਾ ਇਸ ਸੰਸਾਰ ਦੇ ਵਿੱਚ ਖੇਰੂ ਖੇਰੂ ਹੋ ਜਾਂਦਾ ਹੈ, ਅਸੀਂ ਵਾਹਿਗੁਰੂ ਮੰਤਰ ਦੇ ਨਾਲ ਇਹਦੇ ਧੁਨ ਦੇ ਉੱਪਰ ਧਿਆਨ ਟਿਕਾ ਕੇ ਇਸ ਮੰਤਰ ਨੂੰ ਜਦੋਂ ਆਪਾਂ ਦ੍ਰਿੜ ਕਰਦੇ ਹਾਂ, ਜਪਦੇ ਹਾਂ, ਜਿਹੜਾ ਸਾਡਾ ਮਨ ਹੈ ਇਹ ਇਕਾਗਰਤਾ ਵਿੱਚ ਆਉਂਦਾ ਹੈ, ਤੇ ਇਕਾਗਰਤਾ ਵਿੱਚ ਆਣ ਕੇ ਆਪਣੇ ਆਪ ਦੇ ਨਾਲ ਫਿਰ ਇਹ ਪੈਂਦਾ ਹੈ, ਅੰਤਰਮੁਖੀ ਹੁੰਦਾ ਹੈ। ਹੁਣ ਸਾਡੇ ਅੰਦਰ ਸਾਰਾ ਸੁੱਖ ਹੈ, ਬਾਹਰ ਨਹੀਂ। ਮਹਾਰਾਜ ਸਮਝਾਉਂਦੇ, ਕਹਿੰਦੇ ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਹੁਣ ਸੁੱਖ ਕਿੱਥੇ ਹੈ? ਸਾਡੇ ਘਰ ਦੇ ਵਿੱਚ। ਉਹ ਘਰ ਕਿਹੜਾ? ਇੱਕ ਤਾਂ ਘਰ ਸਾਡਾ ਦਰਿਆਵੀ ਤੌਰ ਤੇ ਸਾਡੇ ਮਾਤਾ ਪਿਤਾ ਨੇ ਬਣਾ ਕੇ ਦਿੱਤਾ ਹੈ। ਇੱਕ ਘਰ ਜਿਹਨੂੰ ਆਪਾਂ ਅੰਦਰ ਥਿਰ ਘਰ ਕਹਿੰਦੇ ਆ। ਬੇਗਮਪੁਰਾ ਸ਼ਹਿਰ, ਅਫਜ਼ਲ ਨਗਰ, ਸੁੰਨ ਮੰਡਲ, ਜਿੱਥੇ ਜਾ ਕੇ ਮਨ ਨੇ ਸਦਾ ਵਾਸਤੇ ਰਹਿਣਾ ਹੈ। ਉਹ ਘਰ ਸਾਨੂੰ ਮਾਲਕ ਨੇ ਬਚਪਨ ਤੋਂ ਹੀ ਜਦੋਂ ਸੰਸਾਰ 'ਚ ਭੇਜਿਆ ਬਣਾ ਕੇ ਦਿੱਤਾ ਹੈ। ਪਰ ਇਸ ਦੇਹੀ ਦੇ ਅੰਦਰ ਜਿਹੜੇ ਸੂਖਮ ਰੂਪ ਵਿੱਚ 5 ਮਹਾਬਲੀ ਬੈਠੇ ਹੋਏ ਨੇ, ਜਿਨ੍ਹਾਂ ਨੇ ਸਾਡੇ ਮਨ ਨੂੰ ਅੰਦਰੋਂ ਧੱਕੇ ਮਾਰ ਕੇ ਵਿਚਾਰਾਂ ਦੇ ਇਸ ਸਰੀਰ ਦੇ ਵਿੱਚੋਂ ਬਾਹਰ ਕੱਢ ਕੇ ਰੱਖ ਦਿੱਤਾ ਹੈ। ਹੁਣ ਮਨ ਅੰਤਰਮੁਖੀ ਨਹੀਂ ਹੁੰਦਾ। ਜਿੰਨਾ ਚਿਰ ਸਾਡਾ ਮਨ ਅੰਤਰਮੁਖੀ ਨਹੀਂ ਹੁੰਦਾ, ਉਹਨਾਂ ਚਿਰ ਸਾਡੇ ਇਸ ਸਰੀਰ ਦੇ ਵਿੱਚ ਜੋ ਮਾਲਕ ਦੀ ਵਰਖਾ ਹੋ ਰਹੀ, ਅੰਮ੍ਰਿਤ ਵਰਖਾ, ਇਸ ਸਰੀਰ ਦੇ ਅੰਦਰ ਮਾਲਕ ਬੋਲ ਰਿਹਾ ਲਗਾਤਾਰ ਅਨਹਦ ਸ਼ਬਦਾਂ ਰਾਹੀਂ। ਇਸ ਸਰੀਰ ਦੇ ਅੰਦਰ ਸਾਡੀ ਖੁਰਾਕ ਰੱਖੀ ਹੋਈ ਹੈ। ਇਸ ਸਰੀਰ ਦੇ ਅੰਦਰ ਸਾਡੇ ਨਾਮ ਚੱਲਦਾ, ਮਾਲਕ ਅੰਦਰ ਬਿਰਾਜਮਾਨ ਹੈ, ਜਿਹਨੂੰ ਮਹਾਰਾਜ ਸਮਝਾਉਂਦੇ, ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਵੀ ਅੰਦਰ ਤੇ ਬਾਹਰ ਮਾਲਕ ਇੱਕ ਹੀ ਹੈ। ਮੇਰਾ ਪ੍ਰਭ ਅੰਤਰ ਬੈਠਾ ਵਿਖੈ, ਗੁਰ ਪ੍ਰਸਾਦੀ ਮਿਲੈ ਸੋਈ ਜਨ ਲਿਖੈ। ਅੰਦਰੋਂ ਬੈਠਾ ਮਾਲਕ ਸਾਨੂੰ ਵੇਖ ਰਿਹਾ ਹੈ, ਤੇ ਬਾਹਰੋਂ ਪ੍ਰਕਾਸ਼ ਰੂਪ ਕੋਈ ਵੀ ਐਸੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਹੀਂ। ਉਹ ਸਾਨੂੰ ਅੰਦਰੋਂ ਬਾਹਰੋਂ ਦੇਖ ਰਿਹਾ ਹੈ ਕਿ ਮੇਰਾ ਬੱਚਾ ਇਸ ਸੰਸਾਰ ਦੇ ਵਿੱਚ ਕੀ ਕਰਦਾ ਹੈ। ਹੁਣ ਸਾਨੂੰ ਇਹਨਾਂ 5 ਮਹਾਬਲੀਆਂ ਦਾ ਨਾਂ ਗਿਆਨ ਹੋਣ ਕਰਕੇ ਸਾਡਾ ਮਨ ਇਹਨਾਂ ਦੇ ਪਿੱਛੇ ਤੁਰ ਪੈਂਦਾ ਹੈ, ਕਿਉਂਕਿ ਗੁਰਬਾਣੀ ਗੁਰੂ ਦੇ ਵਿੱਚ ਇਹਨਾਂ 5 ਦੂਤਾਂ ਦਾ ਨਾਮ ਵੀ ਮਹਾਰਾਜ ਨੇ ਦੱਸ ਦਿੱਤਾ, ਜਿਹੜੇ ਸਾਡੇ ਸਰੀਰ ਦੇ ਅੰਦਰ ਰਹਿੰਦੇ ਨੇ। ਹੁਣ ਇਸੇ ਬਾਡੀ ਵਿੱਚ ਸਾਡੀ ਖੁਰਾਕ ਪਈ ਹੈ, ਸਾਡਾ ਘਰ ਵੀ ਇਹਦੇ ਵਿੱਚ ਹੀ ਹੈ।
ਇਸੇ ਹੀ ਬੋਡੀ ਦੇ ਅੰਦਰ ਮਾਲਕ ਬੋਲ ਰਿਹਾ, ਇਸੇ ਹੀ ਬੋਡੀ ਦੇ ਅੰਦਰ 5 ਦੂਤ ਵੀ ਹੈ, ਇਸੇ ਬੋਡੀ ਦੇ ਅੰਦਰ ਨਾਮ ਚੱਲ ਰਿਹਾ, ਇਸੇ ਬੋਡੀ ਦੇ ਅੰਦਰ 84 ਲੱਖ ਜੋੜ ਹੈ। ਹੁਣ ਮਹਾਰਾਜ ਨੇ ਸਾਨੂੰ ਗੁਰਬਾਣੀ ਗੁਰੂ ਵਿੱਚ ਸਮਝਾ ਦਿੱਤਾ। ਮਹਾਰਾਜ ਸਮਝਾਉਂਦੇ ਕਹਿੰਦੇ ਗੁਰਮੁਖ ਹੋਏ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਬਈ ਉਹ ਗੁਰਮੁਖ ਹੈ, ਉਹ ਮੇਰਾ ਪਿਆਰਾ ਬੱਚਾ ਹੈ ਜਿਹੜਾ ਆਪਣੇ ਸਰੀਰ ਦੀ ਖੋਜ ਕਰਦਾ ਹੈ। ਗੁਰਮੁਖ ਪਿਆਰਿਓ, ਆਪਾਂ ਸੰਸਾਰ ਦੇ ਵਿੱਚ ਵੇਖਦੇ ਹਾਂ ਕਿ ਆਪਾਂ ਦਾਨ ਪੁੰਨ ਵੀ ਕਰਦੇ ਹਾਂ, ਆਪਾਂ ਸੰਸਾਰ ਦੇ ਵਿੱਚ ਇੱਕ ਦੂਸਰੇ ਦੀ ਹੈਲਪ ਵੀ ਕਰਦੇ ਹਾਂ, ਪਰ ਇਹਦੇ ਨਾਲ ਮਨ ਸਾਡਾ ਨਿਰਮਲ ਹੋ ਜਾਂਦਾ, ਅੰਤਰਮੁਖੀ ਨਹੀਂ ਹੁੰਦਾ। ਕਿਉਂਕਿ ਮਹਾਰਾਜ ਨੇ ਗੁਰਬਾਣੀ ਗੁਰੂ ਵਿੱਚ ਸਮਝਾ ਦਿੱਤਾ ਕਿ ਤੇਰਾ ਜਿਹੜਾ ਮਨ ਹੈ ਇਹ ਅੰਤਰਮੁਖੀ ਸ਼ਬਦ ਰਾਹੀਂ ਹੋਣਾ ਹੈ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਉਹਨੂੰ ਵਿਚਾਰਦੇ ਹਾਂ ਤੇ ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਢਾਲਦੇ ਹਾਂ, ਤੇ ਫਿਰ ਆਪਾਂ ਮਾਲਕ ਦੇ ਨਾਲ ਮਿਲਾਪ ਕਰ ਸਕਦੇ ਹਾਂ। ਮਾਲਕ ਕਿਤੇ ਸੰਸਾਰ ਦੇ ਵਿੱਚ ਦੂਰ ਨਹੀਂ। ਜੇ ਆਪਾਂ ਦੇਖੀਏ ਸਾਡੇ ਸਭ ਤੋਂ ਨੇੜੇ ਕੀ ਹੈ? ਪਰਮਾਤਮਾ। ਬਾਕੀ ਸਾਰਾ ਸੰਸਾਰ ਸਾਡੇ ਤੋਂ ਦੂਰ ਹੈ, ਸਭ ਤੋਂ ਨੇੜੇ ਸਾਡੇ ਮਾਲਕ ਹੈ। ਹੁਣ ਅਸੀਂ ਮਾਲਕ ਨੂੰ ਮਿਲਣ ਵਾਸਤੇ ਇਸ ਸੰਸਾਰ ਦੇ ਵਿੱਚ ਆਏ ਹਾਂ। ਧੀਆਂ ਪੁੱਤਰਾਂ ਰਾਹੀਂ, ਬੱਚਿਆਂ ਰਾਹੀਂ ਸਾਨੂੰ ਸੁੱਖ ਨਹੀਂ ਮਿਲਣਾ, ਸੁੱਖ ਸਾਨੂੰ ਆਪਣੇ ਘਰ ਦੇ ਵਿੱਚ ਮਿਲਣਾ ਹੈ। ਹੁਣ ਜਿੰਨਾ ਚਿਰ ਸਾਡਾ ਮਨ ਘਰ ਨਹੀਂ ਜਾਂਦਾ, ਇਹ ਸੁਖੀ ਨਹੀਂ ਹੋ ਸਕਦਾ। ਘਰ ਨੂੰ ਜਾਣ ਵਾਸਤੇ ਸਾਨੂੰ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਪੈਣਾ। ਵਾਹਿਗੁਰੂ ਮੰਤਰ ਦਾ ਅਭਿਆਸ ਕਰਕੇ ਸਾਨੂੰ ਉਸ ਨਾਮ ਤੱਕ ਪਹੁੰਚਣਾ ਪੈਣਾ, ਜਿਹੜਾ ਨਾਮ ਸਾਡੇ ਅੰਦਰ ਚੱਲਦਾ, ਜਿਹਨੂੰ ਮਹਾਰਾਜ ਨੇ ਗੁਰਬਾਣੀ ਗੁਰੂ ਵਿੱਚ ਸਮਝਾ ਦਿੱਤਾ। ਇਸ ਦੇਹੀ ਅੰਦਰ, ਜਿਹਨੂੰ ਮਹਾਰਾਜ ਸਮਝਾਉਂਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, ਸੁਨ ਸਮਾਦ ਅਨਹਤੈ ਨਾਦ, ਅਕੈਣ ਨ ਜਾਈ ਅਚਲ ਵਿਸਮਾਦ। ਹੁਣ ਉਹ ਨਾਮ ਦੇ ਆਸਰੇ ਸਾਡਾ ਸਰੀਰ ਇਸ ਸੰਸਾਰ ਦੇ ਵਿੱਚ ਉੜਿਆ ਫਿਰਦਾ ਹੈ। ਉਹ ਨਾਮ ਦੇ ਆਸਰੇ ਸਾਡਾ ਜਿਹੜਾ ਇਹ ਸਰੀਰ ਹੈ, ਇਹ ਸਾਰਾ ਚੱਲਦਾ ਹੈ, ਤੇ ਉਹ ਨਾਮ ਜਿਹੜਾ ਹੈ ਉਹ ਸਾਡੇ ਸਰੀਰ ਦੇ ਅੰਦਰ ਹੀ ਹੈ। ਹੁਣ ਅੰਦਰੋਂ ਅਸੀਂ ਉਹ ਨਾਮ ਲੈਣ ਵਾਸਤੇ, ਜਿਸ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਕੋਈ ਚੀਜ਼ ਲੈਣੀ ਹੈ, ਉਹਦੇ ਬਰਾਬਰ ਸਾਨੂੰ ਪੈਸੇ ਦੇਣੇ ਪੈਂਦੇ ਆ। ਹੁਣ ਅਸੀਂ ਅੰਦਰੋਂ ਨਾਮ ਲੈਣਾ ਹੈ, ਤੇ ਨਾਮ ਦੇ ਲੈਣ ਵਾਸਤੇ ਸਾਨੂੰ ਕੀ ਕਰਨਾ ਪੈਣਾ? ਸਵਾਸ ਜਮ੍ਹਾਂ ਕਰਾਉਣੇ ਪੈਣੇ ਆ। 24,000 ਸਵਾਸ ਹੈ ਰਾਤ ਦਾ ਔਰ ਦਿਨ ਦਾ, ਤੇ ਉਹਨੂੰ ਆਪਾਂ ਜਮ੍ਹਾਂ ਕਰਾਉਣਾ। ਜਿਸ ਤਰ੍ਹਾਂ ਸਾਨੂੰ ਸਵਾਸ ਆਇਆ, ਉਹ ਅਸੀਂ ਨਾਲ ਵਾਹਿਗੁਰੂ ਮੰਤਰ ਦਾ ਜਾਪ ਕੀਤਾ, ਸਵਾਸ ਆਇਆ, ਆਪਾਂ ਬੋਲਿਆ ਵਾਹਿਗੁਰੂ, ਉਹ ਜਮ੍ਹਾਂ ਹੋ ਗਿਆ। ਹੁਣ ਜਿਹੜੀ ਸਾਡੀ ਜ਼ਿੰਦਗੀ ਹੈ ਇਹ ਸਵਾਸਾਂ ਦੇ ਆਸਰੇ ਤੇ ਖੜੀ ਹੈ। ਜਦੋਂ ਸਵਾਸ ਪੂਰੇ ਹੋ ਗਏ, ਉਦੋਂ ਸਾਡਾ ਲਿੰਕ ਇਸ ਸਰੀਰ ਨਾਲ ਤੋੜਿਆ ਜਾਣਾ ਹੈ। ਜਿਹਨੂੰ ਮਹਾਰਾਜ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ, ਮਹਾਰਾਜ ਫਰਮਾਉਂਦੇ, ਕਹਿੰਦੇ ਗਣ ਘਾਲੇ ਸਭ ਦਿਵਸ ਸਾਸ, ਨਹਿ ਬਦਨ ਕਟਨ ਤਿਲ ਸਾਰ। ਕਿਉਂਕਿ ਸਵਾਸ ਬਦਨੇ ਕੱਟਣੇ ਨਹੀਂ। ਆਪਾਂ ਸੰਸਾਰ 'ਚ ਦੇਖਦੇ ਹਾਂ ਕਿ ਮਨੁੱਖ ਨੂੰ ਆਪਾਂ ਸਾਲਾਂ ਦੇ ਬੱਧੀ ਮੌਤ ਦਾ ਫੈਸਲਾ ਕਰਦੇ ਹਾਂ ਕਿ 60 ਸਾਲ 70 ਸਾਲ ਦਾ, ਪਰ ਮੌਤ ਜਿਹੜੀ ਹੈ ਉਹ ਸਵਾਸਾਂ ਉੱਤੇ ਹੈ ਜਿੰਨੇ ਮਿਲੇ ਹੈ। ਚਾਹੇ ਉਹ ਸਵਾਸ ਐਕਸੀਡੈਂਟ ਦਾ ਕਾਰਨ ਬਣ ਜਾਏ ਮੌਤ, ਚਾਹੇ ਆਪਾਂ ਸੁੱਤੇ ਰਹਿ ਜਾਈਏ, ਚਾਹੇ ਉਹ ਸਵਾਸ ਸਾਡੇ ਲੰਬੇ ਹੋ ਜਾਣ 100 ਸਾਲ ਤੱਕ ਚੱਲ ਜਾਈਏ, ਇਹ ਜਿੰਨੇ ਪਰਮਾਤਮਾ ਨੇ ਸਾਨੂੰ ਦੇ ਕੇ ਇਸ ਸੰਸਾਰ ਦੇ ਵਿੱਚ ਭੇਜਿਆ, ਉਨੇ ਹੀ ਆਪਾਂ ਖਰਚ ਕਰ ਸਕਦੇ ਹਾਂ। ਜੇ ਮਾਲਕ ਦੀ ਮੌਜ ਹੋਵੇ ਤੇ ਉਹ ਸਾਨੂੰ ਸਵਾਸਾਂ ਤੋਂ ਬਿਨਾਂ ਵੀ ਰੱਖ ਸਕਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਹੁਣ ਜਿਹੜੇ ਇਹ ਸਵਾਸ ਆ, ਅਸੀਂ ਇਹ ਅਣਜਾਣੇ ਖਰਾਬ ਕਰੀ ਜਾਂਦੇ ਹਾਂ। ਇਹ ਰਤਨ ਜਿਹੜੇ ਹੈ, ਇਹਨਾਂ ਨੂੰ ਅਣਜਾਣੇ ਖਰਾਬ ਕਰੀ ਜਾਂਦੇ। ਇੱਕ ਸਵਾਸ ਦੀ ਕੀਮਤ ਨਹੀਂ ਕੋਈ ਸੰਸਾਰ 'ਚ ਦੇ ਸਕਦਾ।
ਤੇ ਅਸੀਂ ਹੁਣ ਦੇਖ ਲਓ 24,000 ਸਵਾਸ ਹੈ ਤੇ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ 24 ਵੀ ਜਮ੍ਹਾਂ ਨਹੀਂ ਕਰਾਉਂਦੇ ਮਾਲਕ ਨੂੰ। ਤੇ ਮਾਲਕ ਸਾਡੇ ਉੱਤੇ ਕਿਸ ਤਰ੍ਹਾਂ ਵਿਸ਼ਵਾਸ ਕਰੇਗਾ? ਕਿਉਂਕਿ ਦੇਖੋ ਦਰਿਆਵੀ ਜੋ ਅਸੀਂ ਦਾਨ ਪੁੰਨ ਕਰਦੇ ਹਾਂ ਇਹਨਾਂ ਦੇ ਇਸ ਚੀਜ਼ਾਂ ਦੇ ਨਾਲ ਮਾਲਕ ਨੇ ਨਹੀਂ ਮੰਨਣਾ। ਮਹਾਰਾਜ ਸਮਝਾਉਂਦੇ ਗੋਬਿੰਦ ਭਜਨ ਬਿਨਾ ਇੱਕ ਤਿਲ ਨਹੀਂ ਮੰਨੈ, ਹਰ ਕਾ ਨਾਮ ਜਪਤ ਦੁੱਖ ਜਾਏ। ਦੁੱਖ ਵੀ ਪਿਆਰਿਓ ਸਾਡੇ ਤਾਂ ਹੀ ਦੂਰ ਹੋ ਸਕਦੇ ਆ ਜੇ ਅਸੀਂ ਹਰੀ ਦਾ ਨਾਮ ਜਪਦੇ ਹਾਂ। ਤੇ ਜੇ ਅਸੀਂ ਸੰਸਾਰ ਦੀ ਕੋਈ ਚੀਜ਼ ਦਾਨ ਕਰਦੇ ਹਾਂ ਤੇ ਉਹ ਤਾਂ ਮਾਲਕ ਦੀ ਦਿੱਤੀ ਹੋਈ ਹੈ। ਜਿਸ ਤਰ੍ਹਾਂ ਅਸੀਂ ਕੋਈ ਵੀ ਕਰਮ ਕਰਦੇ ਹਾਂ ਉਹ ਸਾਨੂੰ ਮਾਲਕ ਦੀ ਦੇਣ ਹੈ। ਜੋ ਅਸੀਂ ਆਪਣੀ ਤਨਖਾਹ ਦੇ ਵਿੱਚੋਂ ਲੈ ਕੇ ਆਉਂਦੇ 10 ਦੀ ਕਿਰਤ ਕਰਦੇ ਹਾਂ ਤੇ ਉਹ ਵੀ ਮਾਲਕ ਦੀ ਦੇਣ ਹੈ। ਤੇ ਹੁਣ ਅਸੀਂ ਉਹ ਦਾਨ ਕਰਨਾ ਹੈ ਜਿਹੜਾ ਸਾਡਾ ਆਪਣਾ ਹੈ। ਜੇ ਅਸੀਂ ਸੰਸਾਰ ਦੇ ਵਿੱਚ ਦਾਨ ਪੁੰਨ ਕਰਦੇ ਹਾਂ, ਹੁਣ ਅਸੀਂ ਉਹ ਦਾਨ ਕਰਨਾ ਕਿ ਜਿਹੜੀ ਸਾਡੀ ਆਪਣੀ ਹੈ। ਕਿਉਂਕਿ ਇਸ ਸੰਸਾਰ ਦੇ ਵਿੱਚ ਸਾਡਾ ਆਪਣਾ ਹੈ ਹੀ ਕੋਈ ਨਹੀਂ। ਇਹ ਸਾਰਾ ਕੁਝ ਮਾਲਕ ਦੇ ਅੰਡਰ ਹੈ ਤੇ ਮਾਲਕ ਨੇ ਕਾਲ ਦੇ ਅੰਡਰ ਕੀਤਾ ਹੋਇਆ। ਹੁਣ ਇਸ ਸੰਸਾਰ ਦੇ ਅੰਦਰ ਸਾਡਾ ਆਪਣਾ ਕੀ ਹੈ? ਮੱਤ। ਹੁਣ ਜਿਹੜੀ ਇਹ ਮੱਤ ਹੈ ਇਹ ਗੁਰੂ ਨੂੰ ਦਾਨ ਕਰਨੀ ਹੈ, ਗੁਰੂ ਨੂੰ ਸੌਂਪਣੀ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਗੁਰ ਕੀ ਮੱਤ ਤੂੰ ਲੈ ਇਆਨੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਕਹਿੰਦੇ ਵੀ ਜਿਹੜੀ ਤੇਰੀ ਮੱਤ ਹੈ ਨਾ ਇਹ ਗੁਰੂ ਨੂੰ ਸਰੈਂਡਰ ਕਰਦੇ, ਗੁਰੂ ਨੂੰ ਮਨ ਕਰਦਾ ਨਹੀਂ। ਇਹ ਮੱਤ ਗੁਰੂ ਨੂੰ ਨਹੀਂ ਸਰੈਂਡਰ ਕਰਦਾ, ਇਹ ਮੱਤ ਨਹੀਂ ਗੁਰੂ ਨੂੰ ਵੇਚਦਾ। ਜਿਹੜਾ ਇਹ ਸਰੀਰ ਸਾਨੂੰ ਮਿਲਿਆ 5 ਤੱਤਾਂ ਦਾ, ਇਹ ਮਿੱਟੀ ਦਾ ਪੁਤਲਾ, ਇਹ ਵੀ ਨਹੀਂ ਗੁਰੂ ਨੂੰ ਦਾਨ ਕਰਦਾ। ਕਿਉਂਕਿ ਸਰੀਰ ਦੇ ਨਾਲ ਅਸੀਂ ਮਾੜਾ ਕਰਮ ਨਹੀਂ ਕਰਨਾ। ਤੇ ਜਿਹੜੀ ਮੱਤ ਹੈ ਸਾਡੀ, ਆਪਣਾ ਮਨ ਹੈ, ਇਹ ਗੁਰੂ ਨੂੰ ਵੇਚਣਾ ਹੈ। ਜਿੰਨਾ ਚਿਰ ਅਸੀਂ ਆਪਣਾ ਮਨ ਗੁਰੂ ਨੂੰ ਵੇਚਦੇ ਨਹੀਂ, ਲੱਖ ਆਪਾਂ ਇਸ ਸੰਸਾਰ ਦੇ ਵਿੱਚ ਯਤਨ ਕਰ ਲਈਏ, ਆਪਾਂ ਸੁਖੀ ਨਹੀਂ ਹੋ ਸਕਦੇ। ਮਹਾਰਾਜ ਸਮਝਾਉਂਦੇ, ਮਹਾਰਾਜ ਫਰਮਾਉਂਦੇ ਕਹਿੰਦੇ ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕੈ ਕਾਰਜ ਰਾਸ। ਕਹਿੰਦੇ ਵੀ ਆਪਣਾ ਮਨ ਵੇਚਦੇ ਗੁਰੂ ਨੂੰ, ਪਰ ਮਨੁੱਖ ਮਨ ਨਹੀਂ ਵੇਚਦਾ, ਮੰਗਦਾ ਹੈ। ਇਹ ਮਨ ਉਸ ਮਾਲਕ ਦਾ, ਅਕਾਲ ਪੁਰਖ ਦਾ ਬੱਚਾ ਹੈ। ਆਪਾਂ ਸਾਰੇ ਜਾਣੇ ਅਕਾਲ ਪੁਰਖ ਦੇ ਬੱਚੇ ਹਾਂ। ਸਾਡੇ ਸਾਰੇ ਜਾਣਿਆਂ ਦਾ ਪਿਤਾ ਇੱਕ ਹੀ ਹੈ। ਜਿਹੜਾ ਤਨ ਦਾ ਮਾਤਾ ਪਿਤਾ ਹੈ ਇਹ ਆਪਣਾ ਅਲੱਗ-ਅਲੱਗ ਹੈ। ਮਾਤਾ ਪਿਤਾ ਦੇ ਸੰਯੋਗ ਦੇ ਨਾਲ ਇਹ ਸਰੀਰ ਤਿਆਰ ਹੋਇਆ, ਪਰ ਇਸ ਸਰੀਰ ਦੇ ਅੰਦਰ ਜਿਹੜੀ ਜੋਤ ਹੈ ਉਹ ਮਾਲਕ ਦਾ ਰੂਪ ਹੈ, ਉਹ ਮਾਲਕ ਦਾ ਬੱਚਾ ਹੈ। ਮਨ ਸਾਡਾ, ਮਨ ਸਾਡੇ ਦਾ ਜਨਮ ਕਿੱਥੋਂ ਹੋਇਆ? ਉਹ ਪਰਮਾਤਮਾ ਵਿੱਚੋਂ। ਸਰੀਰ ਦਾ ਜਨਮ ਕਿੱਥੋਂ ਹੋਇਆ? ਆਪਣੇ ਜੋ ਘਰਾਂ ਦੇ ਵਿੱਚ ਮਾਤਾ ਪਿਤਾ, ਇਹਨਾਂ ਦੇ ਸੰਯੋਗ ਦੇ ਨਾਲ ਇਸ ਸਰੀਰ ਦਾ ਜਨਮ ਹੋਇਆ। ਹੁਣ ਸਾਡੇ ਮਾਤਾ ਪਿਤਾ 2 ਜਾਣੇ ਆ। ਆਪਾਂ ਸਾਰਿਆਂ ਨੇ ਮਨ ਦੇ ਵਿੱਚ ਰੱਖਣਾ, ਆਪਾਂ ਦਰਿਆਵੀ ਤਾਂ ਮਾਤਾ ਪਿਤਾ ਨੂੰ ਮਾਤਾ ਪਿਤਾ ਕਹਿੰਦੇ ਆ, ਪਰ ਦਰਿਆਵੀ ਮਾਤਾ ਪਿਤਾ ਸਾਡੇ ਉਨਾ ਚਿਰ ਤੱਕ ਵਾ ਜਿੰਨਾ ਚਿਰ ਸਾਡੇ ਇਸ ਸਰੀਰ ਦੇ ਵਿੱਚ ਸਵਾਸ ਹੈ। ਤੁਸੀਂ ਰਾਤ ਨੂੰ ਸੌਂਦੇ ਹੋ, ਤੁਹਾਨੂੰ ਪਤਾ ਹੁੰਦਾ ਕਿ ਤੁਹਾਡੀ ਮਾਤਾ ਕਿੱਥੇ ਆ, ਤੁਹਾਡਾ ਭੈਣ ਭਾਈ ਕਿੱਥੇ ਆ, ਤੁਹਾਡਾ ਸਰੀਰ ਕਿੱਥੇ ਹੈ। ਪਰ ਜਿਹੜਾ ਸਾਡਾ ਮਨ ਹੈ, ਉਹਦਾ ਜਿਹੜਾ ਮਾਤਾ ਪਿਤਾ ਹੈ ਉਹ ਹੈ ਅਕਾਲ ਪੁਰਖ ਵਾਹਿਗੁਰੂ। ਤੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਹੈ ਪ੍ਰਕਾਸ਼ ਰੂਪ, ਜੋਤ ਸਰੂਪ। ਹੁਣ ਜਿਹੜਾ ਮਨ ਦਾ ਮਾਤਾ ਪਿਤਾ ਹੈ, ਇਹ ਮਾਤਾ ਪਿਤਾ ਜਿਹੜਾ ਮਨ ਦਾ ਹੈ, ਮਨ ਜਿੰਨਾ ਚਿਰ ਆਪਣੇ ਮਾਤਾ ਪਿਤਾ ਦੀ ਗੋਦ ਵਿੱਚ ਨਹੀਂ ਜਾਂਦਾ ਉਹਨਾਂ ਚਿਰ ਸੁਖੀ ਨਹੀਂ ਹੋ ਸਕਦਾ। ਫਿਰ ਦੁਹਰਾਵਾਂ, ਜਿੰਨਾ ਚਿਰ ਮਨ ਸਾਡਾ ਮਾਲਕ ਦੀ ਗੋਦ ਵਿੱਚ ਨਹੀਂ ਜਾਂਦਾ ਸੰਸਾਰ 'ਚ ਸੁਖੀ ਨਹੀਂ ਹੋ ਸਕਦਾ। ਹੁਣ ਆਪਾਂ ਪਿਆਰਿਓ ਸਾਰੇ ਜਾਣੇ ਇੱਥੇ ਦੇਖਦੇ ਹਾਂ, ਜਿੰਨਾ ਚਿਰ ਅਸੀਂ ਆਪਣੇ ਘਰ ਜਾ ਕੇ ਆਪਣੇ ਮਾਤਾ ਪਿਤਾ ਕੋਲ ਬਹਿੰਦੇ ਨਹੀਂ, ਆਪਾਂ ਸੁਖੀ ਨਹੀਂ ਹੋ ਸਕਦੇ। ਗੁਰੂ ਘਰ ਦੇ ਵਿੱਚ ਜੇ ਆਣ ਕੇ ਤੁਸੀਂ
ਆਪਣੇ ਘਰ ਦੇ ਵਿੱਚ ਮਾਤਾ ਪਿਤਾ ਦੀ परमात्मा दो चीज़ों पर विश्वास करता है। पहला कि जिहड़ा तन का माता पिता है, जे तुसी तन दे माता पिता की सेवा नहीं कीती, घर दे विच माता पिता नूं रोटी नहीं दिंदे हो, सेवा नहीं करते हो माता पिता की, ते जिहड़ा परमात्मा है वो देखदा है तन जिहड़ा मैं दिता माता पिता दरियावी तौर पर दिता, ये उहदा नहीं हो सकिया ते मेरा कित्थों हो जाऊ। पहला आपां अपने घर दे विच माता पिता की सेवा करनी जिन्हां ने सानू इस शरीर नूं जन्म दिता है, क्योंकि माँ जदों जन्म दिंदी है वो दुख उन्हों ही पता है। पिता सारी जिंदगी दिहाड़ीदार बन के, मजदूर बन के, कुल्ली बन के सारी जिंदगी कमाई करता रहिंदा कि मेरे बच्चे का ये कुछ बन जाए। हुण ये जिहड़ा पहलां साडी भगती शुरू होनी इन्हां तों, घर दे विच जे असीं माता पिता नूं सेवा नहीं कीती ते गुरुद्वारे आके आपां सेवा करदे, वो सेवा प्रवान नहीं। गुरुद्वारे आके जिहड़ी आपां सेवा करनी है, पहलां आपां घर विच सेवा माता पिता दी करनी है, उन्हां तों आपां आशीर्वाद लैना, मापे माड़ा बोलण चंगा बोलण, क्योंकि साडे माता पिता है। उन्हां दे अगे नहीं बोलना, उन्हां दे हुक्म विच रहना। जदों असीं उन्हां दे हुक्म च रवांगे, मालक बहुत खुश हुंदा है। जिन्हों महाराज गुरबाणी गुरु विच समझाउंदे हर जी पिता हर जी माता। उस तो बाद जदों फिर साडा मन इस भगती मार्ग ते चलदा है, फिर जदों ये मन भगती करदा है, भगती करके मन साडा फिर इस शरीर दे विचों उपर उठदा है। शरीर तो अगे साडा जिहड़ा मन है शरीर तो जदों निकल जांदा बाहर, फिर साडा जिहड़ा माता पिता है वो है अकाल पुरख वाहिगुरू। वो फिर परमात्मा साडी जिहड़ा साडा मन शरीर चों निकलदा है, अगे सारी रखिया वो आप करदा है। हुण आपां देखना भी जिथे भी आपां बैठे हाँ, जिहड़ी जगह ते भी बैठे हाँ, माता पिता अकाल पुरख सानू अंदरों वेख रहा है। ये नहीं कि आपां गुरु घर आ गए, आपां इत्थे सानू मालक वेखदा। महाराज समझाउंदे कहंदे मेरा प्रभ अंतर बैठा वेखै, गुर प्रसादी मिलै सोई जन लिखै। हुण मालक सानू अंदरों बैठा वेखदा है। हुण आपां जो भी कर्म करते हैं, चाहे वो चंगा करते हैं, चाहे वो आपां माड़ा कर्म करते हैं, वो मालक सानू अंदरों बैठा वेखदा पिया। हुण जिन्ना चिर आपां वाहिगुरू मंत्र नूं दृढ़ करके अंदर ते बाहर आपां एक नहीं करते, उन्ना चिर जिहड़ा परमात्मा है वो साडे ते विश्वास नहीं करता। जिहड़ी साडी हत्थां पैरां नाल सेवा कीती है, वो साडी सेवा दे नाल साडा मन निर्मल हुंदा है। जिहड़ी साडी सुरत द्वारा सेवा कीती है, वाहिगुरू मंत्र दा नाम जपिया, गुरबाणी गुरु नूं पढ़िया, गुरबाणी गुरु नूं विचारिया, वो सेवा साडी जिहड़ी सुरत द्वारा कीती वो नाल जांदी है। हुण संसार दे विचों कोई चीज़ साडे नाल नहीं जाणी, पर जाना की आ, एक साडे नाल साडे औगण जाने, जिहड़े असीं इस संसार दे विच माड़े चंगे कर्म कीते आ वो जाने आ। एक जिहड़ा संसार दे विच आण के असीं मालक दा जप कीता, तप कीता, वो साडे नाल जाना। महाराज ने गुरबाणी गुरु विच सानू समझा दिता। महाराज समझाउंदे कहंदे जय मात पिता सुत बीत ना पाई, मन उहां नाम तेरे संग सहाई। वे जिथे तेरे माता पिता ने नाल नहीं जाना, उथे भाई तेरे नाल नाम ने जाना है। मरण तो बाद जदों साडा शरीर तो अपना लिंक तोड़िया जाना, उस तो अगे साडा जिहड़ा नाम है अंदर चलदा, उहने सानू परमात्मा दे सन्मुख करना है। हुण वो जिहड़ा नाम है वो साडा गुरु है, ते जिहड़ा नाम है वो गुरु है, जिहड़ा साडा मन है, साडी सुरत है, ये चेली है। महाराज समझाउंदे कहंदे शब्द गुरु सुरत धुन चेला। हुण जदों असीं वाहिगुरू मंत्र दा जाप करदे 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 आपां अपने शरीर नूं भुल जाना, क्योंकि जिहड़ा साडा ये शरीर है, ये शरीर माया है।
ਜਿਹਨੂੰ ਮਹਾਰਾਜ ਸਮਝਾਉਂਦੇ ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਉ ਭਰਮ ਭੁਲਾਇਆ। ਸੋ ਇਸੇ ਕਰਕੇ ਜਦੋਂ ਅਸੀਂ ਸਰੀਰ ਨੂੰ ਭੁੱਲਦੇ ਹਾਂ ਤੇ ਅੱਗੇ ਕੀ ਆਉਂਦਾ? ਸੁੰਨ। ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ ਤੇ ਅੱਗੇ ਕੀ ਆਉਂਦਾ? ਸੁੰਨ। ਬਾਰ ਬਾਰ ਆਪਾਂ ਗੁਰਮੰਤਰ ਦਾ ਅਭਿਆਸ ਕਰਕੇ ਸੁੰਨ ਵਿੱਚ ਜਾਣਾ, ਆਪਣੇ ਆਪ ਨੂੰ ਭੁੱਲਣਾ ਹੈ। ਜਦੋਂ ਸਾਡਾ ਮਨ ਸੁੰਨ ਵਿੱਚ ਜਾਏਗਾ, ਉੱਥੋਂ ਫਿਰ ਪ੍ਰਮਾਤਮਾ ਨੇ ਸਾਨੂੰ ਆਪ ਹੀ ਜਗਾ ਲੈਣਾ ਹੈ। ਉੱਥੋਂ ਸਾਡਾ ਮਨ ਜਾਗੇਗਾ, ਉੱਥੋਂ ਨਾਮ ਪ੍ਰਗਟ ਹੋਏਗਾ। ਉੱਥੋਂ ਪਹਿਲਾਂ ਸਾਡੇ ਪਾਉਣ ਦੇ ਸ਼ਬਦ ਚੱਲਦੇ ਹੈ, ਉਸ ਤੋਂ ਗਾਹਾਂ ਸਾਡੇ ਅੰਦਰ ਅਨਹਦ ਬਾਣੀ ਚੱਲਦੀ ਹੈ। ਜਿਹਨੂੰ ਮਹਾਰਾਜ ਸਮਝਾਉਂਦੇ, ਕਹਿੰਦੇ ਅਨਹਦ ਬਾਣੀ ਪਾਈਐ ਤਾਂ ਹਉਮੈ ਹੋਏ ਬਨਾਸ। ਫਿਰ ਸਾਡੀ ਹਉਮੈ ਦਾ ਨਾਸ ਹੁੰਦਾ ਹੈ ਤੇ ਇਹ ਸਰੀਰ ਤੋਂ ਸਾਡਾ ਛੁਟਕਾਰਾ ਹੁੰਦਾ ਹੈ। ਫਿਰ ਸਾਡਾ ਮਨ ਜਿਹੜਾ ਉਹ ਅੱਗੇ ਤਰੱਕੀ ਕਰਦਾ ਹੈ। ਸੋ ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਆਪਾਂ ਸਾਰੇ ਜਾਣਿਆਂ ਨੇ ਸੁੱਖ ਲੈਣਾ ਹੈ ਤੇ ਸੁੱਖ ਸਾਨੂੰ ਨਾਮ ਦੇ ਵਿੱਚ ਹੀ ਮਿਲਣਾ ਹੈ। ਤੇ ਜਿੰਨਾ ਚਿਰ ਅਸੀਂ ਨਾਮ ਜਪਦੇ ਨਹੀਂ, ਉਹਨਾਂ ਚਿਰ ਆਪਾਂ ਇਸ ਸੰਸਾਰ ਦੇ ਵਿੱਚ ਸੁਖੀ ਨਹੀਂ ਹੋ ਸਕਦੇ। ਸੋ ਇਸ ਕਰਕੇ ਵੱਧ ਤੋਂ ਵੱਧ ਆਪਾਂ ਸਾਰੇ ਜਾਣਿਆਂ ਨੇ ਨਾਮ ਜਪਣਾ ਤੇ ਨਾਮ ਜਪਣਾ, ਨਾਮ ਨੂੰ ਜਪ ਕੇ ਆਪਣੇ ਆਪ ਦੀ ਖੋਜ ਕਰਨੀ ਇਸ ਸਰੀਰ ਦੀ। ਇਸ ਸਰੀਰ ਦੇ ਅੰਦਰ ਬਹੁਤ ਕੁਛ ਹੈ। ਜਿੰਨਾ ਚਿਰ ਸਾਡੀ ਸੁਰਤ ਜੂ ਟਰਨ ਮਾਰ ਕੇ ਬੈਕ ਅੰਦਰ ਨਹੀਂ ਆਉਂਦੀ, ਇਹ ਸੁਰਤ ਘੁੰਮ ਕੇ ਦੁਬਾਰਾ ਪਲਟ ਕੇ ਮਨ ਅੰਦਰ ਨਹੀਂ ਜਾਂਦਾ, ਉਹਨਾਂ ਚਿਰ ਸਾਨੂੰ ਇਹ ਅੰਦਰ ਦਾ ਭੇਤ ਨਹੀਂ ਆਉਂਦਾ। ਸੋ ਇਸੇ ਕਰਕੇ ਆਪਾਂ ਇਸ ਸੁਰਤ ਨੂੰ ਅੰਤਰਮੁਖੀ ਕਰਨਾ ਤੇ ਸੰਸਾਰ ਦੇ ਵਿੱਚ ਆਪਾਂ ਸਮਦ੍ਰਿਸ਼ਟ ਚੱਲਣਾ, ਕਿਉਂਕਿ ਦੁੱਖ ਸੁੱਖ ਦੋ ਜਗ੍ਹਾ ਹੀ ਹੈ। ਜਦੋਂ ਮਨ ਸਾਡਾ ਥੱਲੇ ਆ ਜਾਂਦਾ ਆ, ਇਹ ਸਰੀਰ ਦੇ ਵਿੱਚ ਆ ਕੇ ਆਪਾਂ ਸੰਸਾਰ ਦੇ ਕਿਰਿਆ ਕਰਮ ਕਰਦੇ ਹਾਂ, ਉਦੋਂ ਮਨ ਸਾਡਾ ਇਹਨਾਂ ਪੰਜਾਂ ਦੂਤਾਂ ਨਾਲ ਰਲ ਕੇ ਜਦੋਂ ਆਪਾਂ ਗੁਰਮੰਤਰ ਤੋਂ ਵਾਂਝੇ ਹੋ ਜਾਂਦੇ ਹਾਂ, ਉਦੋਂ ਮਨ ਸਾਡਾ ਦੁਖੀ ਹੁੰਦਾ ਹੈ। ਜਦੋਂ ਮਨ ਸਾਡਾ ਇਹੀ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਉੱਪਰ ਉੱਠ ਜਾਂਦੀ ਸੁਰਤ, ਤੇ ਫਿਰ ਇਹੀ ਉੱਪਰ ਜਾ ਕੇ ਮਨ ਸੁਖੀ ਹੋ ਜਾਂਦਾ ਹੈ। ਤੇ ਦੁੱਖ ਸੁੱਖ ਕਿੱਥੇ ਆ? ਸੁੱਖ ਸਾਡੇ ਇਸ ਘਰ ਦੇ ਵਿੱਚ ਹੈ ਉੱਪਰ, ਤੇ ਦੁੱਖ ਸਾਡੇ ਕਿੱਥੇ ਆ? ਆ ਸਾਰੇ ਬੌਡੀ ਦੇ ਵਿੱਚ ਸਾਰਾ ਦੁੱਖ ਹੀ ਦੁੱਖ ਆ। ਇੱਥੇ ਹੀ ਪੰਜ ਦੂਤ ਬੈਠੇ ਹੋਏ ਨੇ। ਸੋ ਇਸੇ ਕਰਕੇ ਆਪਾਂ ਮਾਲਕ ਦਾ ਨਾਮ ਜਪਣਾ ਕਿ ਮਨ ਸਾਡਾ ਸੁਖੀ ਹੋਵੇ। ਤੇ ਨਾਮ ਜਪਣ ਵਾਸਤੇ ਹੀ ਸੰਸਾਰ ਦੇ ਵਿੱਚ ਆਏ ਆ। ਤੇ ਮਰਨ ਤੋਂ ਬਾਅਦ ਸਾਡੀ ਸਪੋਰਟ ਕਿਹਨੇ ਕਰਨੀ ਹੈ? ਜਿਸ ਤਰ੍ਹਾਂ ਹੁਣ ਦਰਿਆਵੀ ਤੌਰ ਤੇ ਆਪਾਂ ਕਿਸੇ ਵੀ ਮਨੁੱਖ ਦੀ ਸਪੋਰਟ ਰੱਖਦੇ ਹਾਂ ਵੀ ਸਾਡੇ ਉੱਤੇ ਕੋਈ ਔਖਾ ਟਾਈਮ ਆਊਗਾ, ਸਾਡੀ ਸਪੋਰਟ ਕਰ ਦੇਊਗਾ ਕੋਈ ਵੀ ਮਨੁੱਖ। ਇਸੇ ਤਰ੍ਹਾਂ ਹੁਣ ਸਾਡੀ ਮਰਨ ਤੋਂ ਬਾਅਦ ਸਪੋਰਟ ਕਿਹਨੇ ਕਰਨੀ ਆ? ਉਸ ਨਾਮ ਨੇ। ਕਿਉਂਕਿ ਉਹ ਨਾਮ ਸਾਡੇ ਅੰਦਰ ਚੱਲਦਾ ਹੈ, ਉਹ ਲੱਭਣਾ ਹੈ, ਉਹ ਧੁਨ ਹੈ ਮਾਲਕ ਦੀ, ਉਹ ਅਨਹਦ ਸ਼ਬਦ ਹੈ। ਉਹੀ ਨਾਮ ਮੁਸਲਮਾਨ ਦੇ ਅੰਦਰ ਚੱਲਦਾ ਹੈ, ਉਹੀ ਸਿੱਖ ਦੇ ਅੰਦਰ ਚੱਲਦਾ ਹੈ, ਉਹੀ ਨਾਮ ਜੋ ਹੈ ਉਹ ਜਿਹੜਾ ਹਿੰਦੂ ਵੀਰ ਹੈ ਉਹਦੇ ਅੰਦਰ ਚੱਲਦਾ ਹੈ। ਜਿੰਨਾ ਚਿਰ ਆਪਾਂ ਸਰੀਰ ਦੇ ਵਿੱਚ ਹਾਂ, ਉਹਨਾਂ ਚਿਰ ਹੀ ਆਪਾਂ ਸਿੱਖ, ਹਿੰਦੂ, ਮੁਸਲਮਾਨ ਹੈ। ਜਦੋਂ ਅਸੀਂ ਸਰੀਰ 'ਚੋਂ ਨਿਕਲ ਗਏ ਬਾਹਰ, ਅੱਗੇ ਸਾਰਾ ਪਰਮਾਤਮਾ ਹੀ ਪਰਮਾਤਮਾ, ਅਗੰਮ ਹੀ ਅਗੰਮ ਹੈ। ਸੋ ਇਸੇ ਕਰਕੇ ਆਪਾਂ ਮਾਲਕ ਦੇ ਵਿੱਚ ਜਾ ਕੇ ਸਮਾਉਣਾ ਹੈ ਤੇ ਮਾਲਕ ਨੂੰ ਮਿਲਣ ਵਾਸਤੇ ਆਏ ਹਾਂ। ਕਿਸੇ ਦੇ ਨਾਲ ਨਫ਼ਰਤ ਨਹੀਂ ਕਰਨੀ, ਕਿਸੇ ਵੀ ਜੀਵ ਦੇ ਨਾਲ ਨਫ਼ਰਤ ਨਹੀਂ ਕਰਨੀ। ਮਹਾਰਾਜ ਸਮਝਾਉਂਦੇ ਕਿਸੇ ਦੀ ਨਿੰਦਿਆ ਨਹੀਂ ਕਰਨੀ। ਜੇ ਅਸੀਂ ਨਾਮ ਵੀ ਜਪੀ ਜਾਂਦੇ ਹਾਂ, ਨਿੰਦਿਆ ਵੀ ਕਰੀ ਜਾਂਦੇ ਹਾਂ, ਚੁਗਲੀ ਵੀ ਨਹੀਂ ਛੱਡਦੇ, ਫਿਰ ਉਹ ਜਿੰਨਾ ਜਪੀ ਜਾਂਦੇ ਉਨਾ ਹੀ ਸਾਡਾ ਖਰਚ ਹੋਈ ਜਾਂਦਾ। ਮਹਾਰਾਜ ਸਮਝਾਉਂਦੇ, ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨ ਨਿੰਦਕਾ, ਨਰਕੇ ਘੋਰ ਪਵਨ। ਉਹਦਾ ਮੂੰਹ ਕਾਲਾ ਕਰਕੇ ਨਰਕਾਂ ਦੇ ਵਿੱਚ ਸੁੱਟਿਆ ਜਾਏਗਾ ਜਿਹੜਾ ਜੀਵ ਇਸ ਸੰਸਾਰ ਦੇ ਵਿੱਚ ਨਿੰਦਿਆ ਕਰਦਾ। ਔਰ ਜੋ ਵੀ ਆਪਾਂ ਇਸ ਸੰਸਾਰ ਦੇ ਵਿੱਚ ਕਰਦੇ ਹਾਂ, ਉਹ ਸਾਡਾ ਕੀਤਾ ਹੋਇਆ ਕਰਮ ਜਿਹੜਾ ਮਨ ਦੇ ਨਾਲ ਹੈ ਉਹ ਸਾਡੇ ਅੱਗੇ ਜਾਂਦਾ ਹੈ। ਤੇ ਜਿਹੜਾ ਸੰਸਾਰ ਦੇ ਵਿੱਚ ਆਪਾਂ ਕੋਈ ਕਰਮ ਕਰੀ ਜਾਂਦੇ ਹਾਂ, ਉਹ ਕਰਮ ਸਾਡਾ ਇੱਥੇ ਦਾ ਇੱਥੇ ਹੀ ਰਹਿ ਜਾਂਦਾ ਹੈ। ਹੁਣ ਆਪਾਂ ਦੇਖਣਾ ਕਿ ਜਿਹੜਾ ਸਾਡਾ ਮਨ ਹੈ ਇਹ ਕਿਹੜੀ ਦਿਸ਼ਾ ਨੂੰ ਚੱਲਦਾ ਹੈ। ਇਹ ਸੰਸਾਰ ਦਾ ਪੱਖ ਪੂਰਦਾ ਹੈ, ਯਾਰਾਂ ਦੋਸਤਾਂ ਦਾ ਪੱਖ ਪੂਰਦਾ ਹੈ। ਮਹਾਰਾਜ ਸਮਝਾਉਂਦੇ ਆ ਵੀ ਕਿਸਕੇ ਨਾਲ ਕੀਜੀਏ ਦੋਸਤੀ, ਸਭ ਜਗ ਚੱਲਣ ਹਾਰ। ਹੁਣ ਸਾਡਾ ਦੋਸਤ ਕਿਹੜਾ ਸੰਸਾਰ ਦੇ ਵਿੱਚ? ਕੋਈ ਵੀ ਨਹੀਂ, ਕਿਉਂਕਿ ਆਪਾਂ ਯਾਰ ਦੋਸਤ ਸੰਸਾਰ 'ਚ ਬਣਾ ਲਏ ਆ। ਸਾਡੇ ਯਾਰ ਵਾ, ਦੋਸਤ ਵਾ, ਪਰ ਸਾਡਾ ਸੰਸਾਰ ਦੇ ਵਿੱਚ ਕੋਈ ਯਾਰ ਨਹੀਂ, ਕੋਈ ਦੋਸਤ ਨਹੀਂ। ਮਹਾਰਾਜ ਕਹਿੰਦੇ ਕਿਹਦੇ ਨਾਲ ਤੁਸੀਂ ਦੋਸਤੀ ਕਰੋਗੇ? ਸਾਰੇ ਤਾਂ ਇਸ ਸੰਸਾਰ ਦੇ ਵਿੱਚੋਂ ਜਾਣੇ ਆ। ਮਹਾਰਾਜ ਸਮਝਾਉਂਦੇ ਕਿਸਕੇ ਨਾਲ ਕੀਜੀਏ ਦੋਸਤੀ, ਸਭ ਜਗ ਚੱਲਣ ਹਾਰ। ਹੁਣ ਆਪਾਂ ਜੋ ਪਿਆਰ ਹੈ, ਜੋ ਪ੍ਰੀਤ ਹੈ,
जो साडे बच्चे ने वो फर्ज है, उन्हां फर्जां तो असीं नੱਠਣਾ नहीं। जो मालिक ने सानू बच्चे दिते है आपां वो फर्ज निभाउणे आ, पर विच फसना नहीं, क्योंकि ये सारा जो देश का खेल है तो जो मालिक का खेल है ये उल्टा हो जाता अगे जाके। ते प्रीत ते प्यार एक ना ही पाउणी आ परमात्मा दे नाल, उही साडे अंग संग सहाई होना, दुख विच सुख विच। महाराज समझाउंदे कहंदे दुख सुख दे विच तुसीं उस परमात्मा नूं याद करो। महाराज समझाउंदे कहंदे दुख सुख प्यारै तुद ध्याई, यही समत गुरु तो पाई। भी दुख विच भी आपां चीकां नहीं मारनियां जे घर दे विच दुख आ गया, क्योंकि इस रस्ते चलदिआं नूं आपां नूं परमात्मा ने परख भी लैनी आ। जिस तरह आपां किसी भी यार दोस्त दे उत्ते किसी भी सज्जण दे उत्ते जिन्ना चिर परख ना करिए उन्ना चिर आपां उहदे उत्ते विश्वास नहीं करदे, क्योंकि सानू जिन्ना चिर साडा मन विश्वास ही नहीं उत्ते करदा। हुण जिहड़ा परमात्मा है उह तों आपां प्रीत खोई है ते हुण आपां प्रीत अपनी बनाउणी है। जिहनूं महाराज समझाउंदे कहंदे अपनी प्रतीत आप ही खोवै, बहुत इसका विश्वास ना होवै। हुण मालिक जो है वो साडे ते विश्वास नहीं करदा, हुण आपां विश्वास बनाउणा है मालिक दे उपर। ते विश्वास बनना किदां? मालिक नूं जप के ਉਹਦਾ जप तप करके जो मालिक दे कानून है उन्हां नूं आपां फॉलो करांगे, उन्हां दे उपर आपां ਚੱਲਾਂਗੇ ते साडा जिहड़ा विश्वास है वो परमात्मा दे नाल बन जाएगा। ਜਦੋਂ साडा विश्वास परमात्मा दे नाल बन गया ते साडे जो संसार दे कारज है फिर ही ये कारज साडे रास आउणे आ। ते जे साडा विश्वास नहीं बनिया ते जिन्ना चिर साडा किसी नाल विश्वास ना बने उन्ना चिर साडा अंदरों प्यार नहीं पैंदा। ते हुण असीं विश्वास करना है, दुख दे विच चीकां नहीं मारनियां। दुख आ गया यही आपां रखना मन दे विच कि तेरा कीआ मिठा लागे, जो तू कर रहा ठीक कर रहा। ते सुख दे विच आपां पार्टियां नहीं करनियां। महाराज समझाउंदे दुख सुख प्यारे तुद ध्याई, ये समत गुरु ते पाई। ते सुख दे विच आपां कोई पार्टियां कोई खुशियां नहीं मनाउणियां, क्योंकि खुशी भी साडे वास्ते दुख है ते जिहड़ी खुशी है वो फिर सानू मालिक तो दूर कर दिंदी है। क्योंकि जदों असीं खुशी दे विच आण के मालिक दा रस्ता छड्ड दिंने आ उदों आपां दुखी हो जांदे आ। आओ फिर हुण आपां थोड़ा जिहा अभ्यास करना कि इन्ना की काम है कि जवान अपनी बोले नेत्र बंद करके ते कन्न सुण, जवान वक्ता बने कन्न सरोते बन। आओ फिर हुण आपां सारे जाने नेत्र बंद करके अपनी ही आवाज़ नूं सुनना है। चलो करो जी शुरू। वाहिगुरू 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 जी का खालसा वाहिगुरू जी की फतेह। इन्नियां क विचारां करदे सत संगत जी एक नहीं अनेक गलतियां हो जांदियां ने। सत संगत ते साहिब श्री गुरु ग्रंथ साहिब जी महाराज बख्शणहारे ने, बख्श देना जी। सो वाहिगुरू जी का खालसा वाहिगुरू जी की